माल रतन मन पाया। तन शीतल मन शीतल थिया। सतगुर शब्द समाया। रहाउ लाथी भूख तृष्ण सब लाथी। चिंता सगल बिसारी। कर मस्तक गुर पूरै धरियो। मन जीतो जग सारी। तृप्त अगाए रहे हृदय अंतर। डोलन ते अब चूके। अखोट खजाना सतगुर दिया। तोट नहीं रे मूके। अचरज एक सुनो रे पाई। गुर ऐसी बूझ बुझाई। लाहे पर्दा ठाकुर जाओ पेटियो। तो बिसरी तात पराई। कहो न जाई ए अचंबा। सो जाने जिन चाखिया। कहो नानक सच भय बिगासा। गुर निधान हृदय लै रखिया। कहो न जाई ए अचंबा। सो जाने जिन चाखिया। कहो नानक सच भय बिगासा। गुर निधान हृदय लै रखिया। वाहिगुरु जी का खालसा वाहिगुरु जी की फतेह। हाजरा हजूर जहरा जहूर सर्ब कला भरपूर समरथ सतगुरु गुरु ग्रंथ साहिब सच्चे पातशाह जियां दी पवित्र हजूरी विच जुड़ बैठ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਵਿੱਚ ਬੈਠ ਕਰਕੇ ਫਤਿਹ ਟੀਵੀ ਦੁਆਰਾ ਸਿੱਧੇ ਪ੍ਰਸਾਰਣ ਦੇ ਰਾਹੀਂ ਪਾਵਨ ਅਸਥਾਨ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੋਂ ਪਾਵਨ ਬਾਣੀ ਦਾ ਕੀਰਤਨ ਸਰਵਨ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਬਣਾ ਰਹੇ ਗੁਰੂ ਸਵਾਰਿਓ, ਆਓ ਜਿੱਥੇ ਬੜੇ ਸਤਿਕਾਰ ਸਹਿਤ ਆਪ ਜੀ ਨੇ ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਆਸਾ ਦੀ ਵਾਰ ਦਾ ਕੀਰਤਨ ਸਰਵਨ ਕੀਤਾ ਹੈ, ਆਓ ਅਗਲੇਰੇ ਸਮੇਂ ਲਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜੀਏ। ਅੱਜ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰਾਂ ਦਾ ਪਾਵਨ ਗੁਰਤਾ ਗੱਦੀ ਪੁਰਬ ਵੀ ਹੈ। ਸੋ ਸ਼ਬਦ ਦੀ ਵਿਚਾਰ ਦੇ ਨਾਲ
ਇਤਿਹਾਸਕ ਵਿਚਾਰਾਂ ਦੀ ਸਾਂਝ ਵੀ ਕੀਤੀ ਜਾਏਗੀ। ਆਪ ਕਰੋ ਕਿਰਪਾ ਸਾਰੀਆਂ ਸੰਗਤਾਂ ਦਾਸ ਨੂੰ ਅਸੀਸ ਬਖਸ਼ਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਸੀਸ ਝੁਕਾ ਕੇ ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਅੱਜ ਦਾ ਵਿਚਾਰ ਅਧੀਨ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਇਹ ਪਾਵਨ ਬਚਨ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 215 ਦੇ ਉੱਪਰ ਸੁਭਾਏਮਾਨ ਹਨ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਗੌੜੀ ਮਾਲਾ ਮਹਿਲਾ ਪੰਜਵਾਂ। ਪਾਇਆ ਲਾਲ ਰਤਨ ਮਨ ਪਾਇਆ, ਤਨ ਸ਼ੀਤਲ ਮਨ ਸ਼ੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਰਹਾਉ। ਇਸ ਤਰ੍ਹਾਂ ਪਿਛਲੇ ਸ਼ਬਦ ਦੇ ਵਿਚਾਰ ਦੇ ਅੰਦਰ ਵੀ ਇਹੋ ਹੀ ਨੁਕਤਾ ਹਜ਼ੂਰ ਨੇ ਸਾਂਝਾ ਕੀਤਾ ਕਿ ਜਿਸ ਵੇਲੇ ਕੋਈ ਵੀ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਪੈਂਦਾ ਹੈ ਤੇ ਗੁਰੂ ਉਹਨੂੰ ਸੋਝੀ ਕਰਵਾਉਂਦਾ ਹੈ। ਸੱਚ ਜਾਣਿਓ, ਮਨੁੱਖ ਨੂੰ ਆਪਣੇ ਆਪ ਦੀ ਸੋਝੀ ਨਹੀਂ, ਆਪਣੇ ਆਪ ਦੀ ਸਮਝ ਨਹੀਂ ਹੈ। ਜਿਵੇਂ ਕਿਸੇ ਅਣਜਾਣ ਬੰਦੇ ਦੇ ਹੱਥ ਤੇ ਹੀਰਾ ਧਰ ਦਈਏ, ਉਹਨੂੰ ਸਮਝ ਨਹੀਂ ਹੁੰਦੀ ਉਹਦੇ ਵਾਸਤੇ ਇੱਕ ਕੱਚ ਦਾ ਟੁਕੜਾ ਹੈ। ਅਣਜਾਣ ਬੰਦਾ ਹੱਥ ਦੇ ਵਿੱਚ ਕੀਮਤੀ ਹੀਰਾ ਲੈ ਕੇ ਉਹਨੂੰ ਕੱਚ ਦਾ ਟੁਕੜਾ ਸਮਝਦਿਆਂ ਹੋਇਆਂ ਬੜਾ ਗਰੀਬ ਤੇ ਕੰਗਾਲ ਬਣਿਆ ਰਹੇਗਾ। ਪਰ ਜੇ ਕੋਈ ਸਿਆਣਾ ਪੁਰਸ਼, ਕੋਈ ਜੌਹਰੀ ਉਹਨੂੰ ਇਹ ਗਿਆਨ ਕਰਾ ਦੇਵੇ ਕਿ ਇਹ ਜਿਹੜਾ ਤੇਰੇ ਹੱਥ ਤੇ ਕੱਚ ਦਾ ਟੁਕੜਾ ਧਰਿਆ ਹੈ ਇਹ ਕੋਈ ਆਮ ਨਹੀਂ, ਇਹ ਤੇ ਕੀਮਤੀ ਹੀਰਾ, ਇਹਦੀ ਕੀਮਤ ਕਰੋੜਾਂ ਦੇ ਵਿੱਚ ਹੈ। ਤੇ ਫਿਰ ਬੰਦੇ ਦੀ ਜਿੱਥੇ ਕੰਗਾਲੀ ਦੂਰ ਹੋ ਜਾਂਦੀ ਹੈ ਉੱਥੇ ਉਹਨੂੰ ਸਮਝ ਆ ਜਾਂਦੀ ਕਿ ਮੇਰੇ ਕੋਲ ਬੜੀ ਕੀਮਤੀ ਦਾਤ ਹੈ। ਇਸੇ ਤਰ੍ਹਾਂ ਇਹ ਮਨੁੱਖਾ ਦੇਹ ਦੀ ਪ੍ਰਾਪਤੀ ਬਹੁਤ ਵੱਡੀ ਬਖਸ਼ਿਸ਼ ਹੈ ਮਾਲਕ ਦੀ। ਤੇ ਕਈ ਵਾਰੀ ਅਣਜਾਣਪੁਣੇ ਵਿੱਚ ਸਮਝ ਨਾ ਹੋਣ ਕਰਕੇ ਅਸੀਂ ਇਹ ਮਨੁੱਖਾ ਜੀਵਨ ਕੌਡੀਆਂ ਦੇ ਭਾਗ ਗਵਾ ਰਹੇ ਹੁੰਦੇ ਆ। ਜਿਸ ਵੇਲੇ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ ਤੇ ਗੁਰੂ ਸਾਨੂੰ ਇਹ ਗਿਆਨ ਦਿੰਦਾ ਹੈ, ਭਾਈ ਇਹ ਮਨੁੱਖਾ ਜਨਮ ਤਾਂ ਕੀਮਤੀ ਦੁਰਲੱਭ ਵਸਤੂ ਹੈ, ਮਾਨਸ ਜਨਮ ਦੁਲੰਭ ਹੈ। ਇਹ ਤੇ ਦੁਰਲੱਭ ਹੈ, ਦੁਬਾਰਾ ਮਿਲਣ ਵਾਲੀ ਚੀਜ਼ ਨਹੀਂ। ਇਹ ਤਾਂ ਇੰਨਾ ਕੀਮਤੀ ਹੈ ਕਿ ਇਸ ਦੇਹ ਨੂੰ ਪ੍ਰਾਪਤ ਕਰਨ ਵਾਸਤੇ ਦੇਵਤੇ ਆਦਿਕ ਵੀ ਲੋਚਦੇ ਪਏ ਨੇ। ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਹੁਣ ਇਹ ਗਿਆਨ ਜਦੋਂ ਸਤਿਗੁਰੂ ਨੇ ਬਖਸ਼ਿਆ ਤੇ ਮਨੁੱਖ ਦੇ ਅੰਦਰੋਂ ਸਾਰੇ ਤੌਖਲੇ ਫਿਕਰ ਮਿਟ ਗਏ। ਜਦੋਂ ਹਜ਼ੂਰ ਨੇ ਇਹ ਸੋਝੀ ਕਰਵਾ ਦਿੱਤੀ ਕਿ ਇਹ ਮਨੁੱਖਾ ਜਨਮ ਜਿਹੜਾ ਹੈ ਇਹ ਤੇ 84 ਲੱਖ ਜੂਨਾਂ ਦੇ ਵਿੱਚੋਂ ਉੱਤਮ ਹੈ ਤੇ ਤੈਨੂੰ ਸਰਦਾਰੀ ਮਿਲੀ ਹੋਈ ਹੈ, ਮਨੁੱਖ ਨੂੰ ਸਮਝ ਪੈ ਜਾਂਦੀ ਹੈ। ਮਨੁੱਖ ਦਾ ਜੀਵਨ ਹੀ ਬਦਲ ਜਾਂਦਾ ਹੈ। ਅੱਜ ਦੇ ਸ਼ਬਦ ਵਿੱਚ ਵੀ ਹਜ਼ੂਰ ਇਹੋ ਹੀ ਕਿਰਪਾ ਕਰ ਰਹੇ ਨੇ ਕਿ ਜਦੋਂ ਮੈਂ ਗੁਰੂ ਦੀ ਸ਼ਰਨ ਪਿਆ ਤੇ ਗੁਰੂ ਨੇ ਮੈਨੂੰ ਸੋਝੀ ਕਰਵਾਈ। ਸੋਝੀ ਕਿਸ ਗੱਲ ਦੀ? ਗੁਰੂ ਨੇ ਇਹ ਕਿਰਪਾ ਕੀਤੀ ਕਿ ਪਰਮੇਸ਼ਰ ਦਾ ਵਾਸਾ ਤੇਰੇ ਅੰਦਰ ਹੈ, ਤੂੰ ਉਸ ਪਰਮੇਸ਼ਰ ਦਾ ਹੀ ਰੂਪ ਹੈ। ਨਹੀਂ ਤੇ ਪਹਿਲਾ ਬੰਦਾ ਰੱਬ ਦੀ ਭਾਵ ਵਿੱਚ ਬਾਹਰ ਹੀ ਭਟਕਦਾ ਫਿਰਦਾ ਸੀ। ਜਿਸ ਵੇਲੇ ਗੁਰੂ ਨੇ ਸੋਝੀ ਕਰਵਾ ਦਿੱਤੀ,
ਆਖਿਆ ਸਭ ਕਿਛ ਘਰ ਮੈਂ ਬਾਹਰ ਨਹੀਂ। ਕਹਿੰਦੇ ਸਾਰਾ ਕੁਝ ਘਰੇ ਹੀ ਹੈ ਤੇਰੇ, ਭਾਵ ਤੇਰੇ ਅੰਦਰ ਹੀ ਹੈ। ਤੇ ਭਗਤ ਪੀਪਾ ਜੀ ਦਾ ਸ਼ਬਦ ਵੀ ਆਪਾਂ ਪੜ੍ਹਦੇ ਹਾਂ, ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਜੋ ਕੁਝ ਬ੍ਰਹਮੰਡ ਦੇ ਵਿੱਚ ਹੈ ਉਹ ਕੁਝ ਸਾਡੇ ਪਿੰਡ ਭਾਵ ਸਰੀਰ ਦੇ ਵਿੱਚ ਵਰਤ ਰਿਹਾ ਹੈ। ਸਾਡਾ ਸਰੀਰ ਵੀ ਇੱਕ ਬ੍ਰਹਮੰਡ ਹੈ। ਤੇ ਭਗਤ ਪੀਪਾ ਜੀ ਕਹਿੰਦੇ ਜਿਨ੍ਹਾਂ ਨੇ ਖੋਜਿਆ ਉਹਨਾਂ ਅੰਦਰੋਂ ਹੀ ਪਰਮੇਸ਼ਰ ਨੂੰ ਲੱਭ ਲਿਆ, ਉਹ ਬਾਹਰ ਨਹੀਂ ਭਟਕਦੇ। ਤੇ ਜਿਹਨੂੰ ਅੰਦਰੋਂ ਨਹੀਂ ਮਿਲਿਆ ਉਹਨੂੰ ਬਾਹਰੋਂ ਵੀ ਨਹੀਂ ਮਿਲਣਾ। ਇਸ ਕਰਕੇ ਮਹਾਰਾਜ ਨੇ ਕਿਰਪਾ ਕੀਤੀ, ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਜਿਹੜੇ ਬਾਹਰ ਟੋਲ ਦੇ ਭਰਮ ਵਿੱਚ ਭੁੱਲੇ ਨੇ, ਸਭ ਕੁਝ ਤੇ ਅੰਦਰ ਹੀ ਹੈ। ਕਹਿੰਦੇ ਹੁਣ ਮੈਂ ਗੁਰੂ ਦੇ ਦਿੱਤੇ ਗਿਆਨ ਦੁਆਰਾ ਗੁਰੂ ਕੇ ਸ਼ਬਦ ਵਿੱਚ ਸਮਾ ਗਿਆ। ਤੇ ਜਦੋਂ ਗੁਰੂ ਦੀ ਮਿਹਰ ਵਰਤੀ ਤੇ ਫਿਰ ਮਹਾਰਾਜ ਇੱਥੇ ਕਹਿੰਦੇ ਪਾਇਆ ਲਾਲ ਰਤਨ ਮਨ ਪਾਇਆ। ਕਹਿੰਦੇ ਮਨ ਦੇ ਵਿੱਚ ਹੀ ਪਰਮਾਤਮਾ ਦਾ ਕੀਮਤੀ ਨਾਮ ਜਿਹੜਾ ਹੈ, ਜਿਸ ਨੂੰ ਲਾਲ ਰਤਨ ਆਖਿਆ, ਕਹਿੰਦੇ ਮਨ ਦੇ ਵਿੱਚ ਹੀ ਮੈਂ ਪ੍ਰਾਪਤ ਕਰ ਲਿਆ, ਪਾ ਲਿਆ। ਤਨ ਸ਼ੀਤਲ ਮਨ ਸ਼ੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਜਦੋਂ ਮੈਂ ਸਤਿਗੁਰੂ ਦੇ ਸ਼ਬਦ ਵਿੱਚ ਸਮਾ ਗਿਆ, ਹੁਣ ਸ਼ਬਦ ਵਿੱਚ ਸਮਾਉਣ ਤੋਂ ਭਾਵ ਹੈ ਮਹਾਰਾਜ ਨੇ ਜੋ ਸ਼ਬਦ ਦੇ ਵਿੱਚ ਗਿਆਨ ਦਿੱਤਾ ਹੈ ਉਹਨੂੰ ਜੀਵਨ ਵਿੱਚ ਕਮਾ ਲੈਣਾ, ਜੀਵਨ ਵਿੱਚ ਕਮਾਉਣਾ, ਬਾਣੀ ਦੇ ਮੁਤਾਬਕ ਆਪਣਾ ਜੀਵਨ ਢਾਲ ਲੈਣਾ, ਇਹੋ ਹੀ ਸ਼ਬਦ ਵਿੱਚ ਸਮਾਉਣਾ ਹੈ। ਗੁਰੂ ਪਾਤਸ਼ਾਹ ਜੀ ਨੇ ਇੱਕ ਮਰਿਆਦਾ ਦਾ ਸੱਚਾ ਤਿਆਰ ਕੀਤਾ, ਜਿਹਦੇ ਵਿੱਚ ਸਿੱਖ ਨੇ ਆਪਣੇ ਆਪ ਨੂੰ ਢਾਲਣਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਢਾਲਾਂਗੇ ਉਸ ਮਰਿਆਦਾ ਦੇ ਸੱਚੇ ਦੇ ਅੰਦਰ, ਤੇ ਅਸੀਂ ਸ਼ਬਦ ਵਿੱਚ ਸਮਾ ਜਾਵਾਂਗੇ। ਗੁਰੂ ਸਾਹਿਬ ਜੀ ਨੇ ਰਹਿਮਤ ਕੀਤੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਓਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ, ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਇਹ ਮਰਿਆਦਾ ਹਜ਼ੂਰ ਨੇ ਬਖਸ਼ੀ ਹੈ। ਇਹ ਮਰਿਆਦਾ ਦਾ ਇੱਕ ਸੰਚਾ ਤਿਆਰ ਕੀਤਾ ਹੈ। ਅਸੀਂ ਇਹਦੇ ਵਿੱਚ ਆਪਣੇ ਆਪ ਨੂੰ ਢਾਲਣਾ ਸੀ। ਜੋ ਜੀਵਨ ਦੀ ਜੁਗਤ ਹਜ਼ੂਰ ਨੇ ਬਖਸ਼ੀ ਹੈ, ਉਹਦੇ ਵਿੱਚ ਆਪਣੇ ਆਪ ਨੂੰ ਢਾਲਣਾ ਸੀ। ਤੇ ਜਦੋਂ ਉਸ ਮੁਤਾਬਕ ਅਸੀਂ ਆਪਣੇ ਆਪ ਨੂੰ ਢਾਲ ਲਿਆ, ਸਮਝੋ ਅਸੀਂ ਸ਼ਬਦ ਵਿੱਚ ਸਮਾ ਗਏ। ਗੁਰੂ ਦੇ ਬਖਸ਼ੇ ਸਿਧਾਂਤ ਨੂੰ ਜਦੋਂ ਜੀਵਨ ਵਿੱਚ ਕਮਾ ਲਿਆ, ਸ਼ਬਦ ਵਿੱਚ ਸਮਾ ਗਏ, ਤੇ ਇੱਥੇ ਫਿਰ ਕਿਰਪਾ ਹੋ ਗਈ। ਤਨ ਸ਼ੀਤਲ ਮਨ ਸ਼ੀਤਲ ਥੀਆ। ਕਹਿੰਦੇ ਤਨ ਵੀ ਸ਼ੀਤਲ ਹੋ ਗਿਆ, ਮਨ ਵੀ ਸ਼ੀਤਲ ਹੋ ਗਿਆ। ਨਹੀਂ ਤੇ ਪਹਿਲਾਂ ਮਨੁੱਖ ਦੀ ਭਟਕਣਾ ਜਿਹੜੀ ਸੀ ਉਹ ਲੱਗੀ ਹੋਈ ਸੀ ਮਨੁੱਖ ਨੂੰ। ਕਿਤੇ ਮਨੁੱਖ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਸੀ, ਕਿਤੇ ਵਿਕਾਰਾਂ ਦੀ ਤਪਸ਼ ਦੇ ਵਿੱਚ ਸੀ। ਜਿਉਂ ਹੀ ਹੁਣ ਸ਼ਬਦ ਵਿੱਚ ਸਮਾ ਗਿਆ, ਕਹਿੰਦੇ ਤਨ ਵੀ ਸ਼ੀਤਲ ਹੋ ਗਿਆ, ਮਨ ਵੀ ਸ਼ੀਤਲ ਹੋ ਗਿਆ। ਜਿਉਂ ਹੀ ਗੁਰੂ ਨੇ ਸੋਝੀ ਕਰਵਾ ਦਿੱਤੀ ਕਿ ਤੇਰਾ ਜਨਮ ਭਲਿਆ ਬੜਾ ਕੀਮਤੀ ਹੈ, ਅਜਾਈ ਨਾ ਗਵਾ। ਸ਼ਬਦ ਵਿੱਚ ਆ ਕੇ ਜੁੜ, ਤੇ ਕਹਿੰਦੇ ਫਿਰ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਗਈ। ਅੱਗੇ ਫਿਰ ਜਿਵੇਂ ਜਿਵੇਂ ਕਿਰਪਾ ਹੋਈ, ਉਸੇ ਤਰ੍ਹਾਂ ਹਜ਼ੂਰ ਬਖਸ਼ਿਸ਼ ਕਰ ਰਹੇ ਨੇ। ਲਾਥੀ ਭੂਖ ਤ੍ਰਿਸ਼ਣ ਸਭ ਲਾਥੀ, ਚਿੰਤਾ ਸਗਲ ਬਿਸਾਰੀ। ਕਹਿੰਦੇ ਮੇਰੇ ਅੰਦਰ ਭੁੱਖ ਬੜੀ ਲੱਗੀ ਸੀ, ਤੇ ਇਹ ਭੁੱਖ ਜਿਹੜੀ ਹੈ ਰੋਟੀਆਂ ਦੀ ਨਹੀਂ, ਕਿਉਂਕਿ ਰੋਟੀਆਂ ਤੇ ਬੰਦਾ 5-7 ਛਕ ਲਏ ਤੇ ਰੱਜ ਜਾਂਦਾ ਏ। ਇਹ ਜਿਹੜੀ ਭੁੱਖ ਹੈ ਸਾਧ ਸੰਗਤ ਮਨੁੱਖ ਦੇ ਮਨ ਦੀ ਨੀਅਤ ਦੀ ਭੁੱਖ ਹੈ, ਜਿਹਨੂੰ ਰੱਜ ਨਹੀਂ ਆਉਂਦਾ। ਤੇ ਨੀਤ ਦੇ ਭੁੱਖੇ ਮਨ ਦੇ ਭੁੱਖੇ ਲੋਕ ਜਿਹੜੇ ਸਾਰੀ ਦਿਹਾੜੀ ਭੁੱਖ ਕਰੀ ਜਾਂਦੇ ਨੇ,
ਤ੍ਰਿਸ਼ਨਾ ਦੇ ਅਧੀਨ। ਸਾਹਿਬ ਕਹਿੰਦੇ ਉਹਨਾਂ ਦੀ ਭੁੱਖ ਕਦੇ ਵੀ ਨਹੀਂ ਦੂਰ ਹੋ ਸਕਦੀ। ਜਿੰਨਾ ਮਰਜੀ ਪਦਾਰਥਾਂ ਨੂੰ ਇਕੱਠੇ ਕਰ ਲੈਣ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਤਿਗੁਰੂ ਦੇ ਬਚਨ ਨੇ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ। ਕਹਿੰਦੇ ਤ੍ਰਿਸ਼ਨਾ ਦੇ ਅਧੀਨ ਜਿਹੜੇ ਬੰਦੇ ਨੇ ਉਹਨਾਂ ਦੀ ਭੁੱਖ ਦੂਰ ਨਹੀਂ ਹੁੰਦੀ, ਸਾਰਾ ਕੁਝ ਪ੍ਰਾਪਤ ਕਰਕੇ ਵੀ ਭੁੱਖੇ ਨੇ। ਤੇ ਇਹੋ ਜਿਹੇ ਭੁੱਖੇ ਲੋਕ ਸਭ ਕੁਝ ਹੜੱਪ ਕਰ ਜਾਂਦੇ ਨੇ। ਤੁਸੀਂ ਖਬਰਾਂ ਜਦੋਂ ਪੜ੍ਹਦੇ ਹੋ ਤੇ ਬੜੀ ਹੈਰਾਨੀ ਹੁੰਦੀ ਹੈ ਕਿ ਲੋਕ ਇੰਨੇ ਭੁੱਖੇ ਨੇ, ਜਿਹੜੇ ਰੋਡ ਤੇ ਅਸੀਂ ਚੱਲਣਾ ਸੀ ਉਹ ਰੋਡ ਦੀ ਬੱਜਰੀ ਖਾ ਗਏ, ਕੋਈ ਲੁੱਕ ਖਾ ਗਿਆ। ਜਿਹੜੇ ਪੁਲ ਬਣਨੇ ਸੀ, ਕਈ ਪੁਲਾਂ ਵਿੱਚੋਂ ਸਰੀਆ ਖਾ ਜਾਂਦੇ ਨੇ, ਭੁੱਖ ਲੱਗੀ ਹੋਈ ਬਹੁਤੀ, ਪੁਲਾਂ ਵਿੱਚੋਂ ਸਰੀਆ ਖਾ ਗਏ। ਕਈਆਂ ਨੂੰ ਇੰਨੀ ਭੁੱਖ ਲੱਗੀ ਸੀ ਕਿ ਕਾਰਗਿਲ ਦੇ ਵਿੱਚ ਜਿਹੜੇ ਫੌਜੀ ਸ਼ਹੀਦ ਹੋਏ ਉਹਨਾਂ ਦੇ ਕਫਨ ਵੀ ਖਾ ਗਏ, ਉਹਨਾਂ ਤੇ ਤਬੂਤ ਵੀ ਖਾ ਗਏ। ਤੇ ਭੁੱਖੇ ਬੰਦੇ ਦੀ ਮੈਂ ਕੀ ਗੱਲ ਕਰਾਂ। ਭੁੱਖਾ ਬੰਦਾ ਗੁਰੂ ਨੂੰ ਵੀ ਨਹੀਂ ਬਗਾ, ਉਹ ਗੁਰੂ ਕੇ ਲੰਗਰਾਂ ਵਿੱਚੋਂ ਲੱਕੜਾਂ ਖਾਧੀ ਜਾਂਦਾ, ਘਿਓ ਖਾਧੀ ਜਾਂਦਾ ਏ, ਦਾਲਾਂ ਖਾ ਜਾਂਦਾ ਏ। ਤੇ ਇੰਨੀ ਭੁੱਖ ਵੱਧ ਗਈ ਲੋਕਾਂ ਦੀ, ਗੁਰੂ ਨੂੰ ਵੀ ਨਹੀਂ ਬਖਸ਼ਿਆ। ਗੁਰੂ ਕੇ ਸਰੂਪ ਵੀ ਚੋਰੀਆਂ ਵੇਚ ਕੇ ਮਾਇਆ ਖਾ ਗਏ ਲੋਕ। ਇੰਨੀ ਭੁੱਖ ਵਧੀ ਹੋਈ ਹੈ, ਗੁਰੂ ਕੇ ਸਰੂਪ ਵੀ ਵੇਚ ਦਿੱਤੇ ਚੋਰੀ, ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਗਏ ਨੇ। ਇਹ ਭੁੱਖੇ ਬੰਦੇ ਦੇ ਕਾਰਨਾਮੇ ਨੇ ਸਾਰੇ, ਜਿਹੜਾ ਤ੍ਰਿਸ਼ਨਾ ਦਾ ਮਾਰਿਆ ਹੋਇਆ ਹੈ। ਇੱਥੇ ਹਜੂਰ ਕਿਰਪਾ ਕਰਦੇ ਨੇ, ਜਦੋਂ ਗੁਰੂ ਨੇ ਮਿਹਰ ਕੀਤੀ, ਲਾਥੀ ਭੂਖ ਤ੍ਰਿਸ਼ਨ ਸਭ ਲਾਥੀ। ਕਹਿੰਦੇ ਭੁੱਖ ਮੇਰੀ ਦੂਰ ਹੋ ਗਈ, ਤ੍ਰਿਸ਼ਨਾ ਮੁੱਕ ਗਈ, ਚਿੰਤਾ ਸਗਲ ਬਿਸਾਰੀ। ਕਹਿੰਦੇ ਸਾਰੀ ਚਿੰਤਾ ਹੀ ਦੂਰ ਹੋ ਗਈ ਮੇਰੀ। ਜਿੱਥੇ ਮੈਂ ਵਿਅਰਥ ਹੀ ਪਹਿਲਾਂ ਚਿੰਤਾ ਕਰਦਾ ਸੀ, ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਸੀ, ਜਿਉਂ ਹੀ ਮੈਂ ਸ਼ਬਦ ਵਿੱਚ ਸਮਾਇਆ, ਜਿਉਂ ਹੀ ਗੁਰੂ ਨੇ ਮੈਨੂੰ ਗਿਆਨ ਦਿੱਤਾ ਕਿ ਸਭ ਕੁਝ ਤੇਰੇ ਅੰਦਰ ਹੀ ਵਾਸਾ, ਤੇਰੇ ਅੰਦਰ ਹੈ, ਤੂੰ ਉਹਦਾ ਹੀ ਰੂਪ ਹੈ, ਉਹਦੀ ਜੋਤ ਹੈ। ਤੇ ਮੈਨੂੰ ਸਮਝ ਪੈ ਗਈ ਹੁਣ, ਕਰ ਮਸਤਕ ਗੁਰ ਪੂਰੈ ਧਰਿਓ, ਮਨ ਜੀਤੋ ਜਗ ਸਾਰੀ। ਕਰ ਕਹਿੰਦੇ ਹੱਥ ਨੂੰ, ਕਹਿੰਦੇ ਪੂਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਧਰਿਆ, ਬਖਸ਼ਿਸ਼ ਕੀਤੀ ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਗੁਰੂ ਦੀ ਬਖਸ਼ਿਸ਼ ਵਾਲਾ ਹੱਥ ਮੇਰੇ ਸਿਰ ਤੇ ਆ ਗਿਆ, ਕਹਿੰਦੇ ਹੁਣ ਮੈਂ ਜੀਵਨ ਰੂਪੀ ਬਾਜੀ ਨੂੰ ਜਿੱਤ ਲਿਆ ਹੈ, ਮੈਂ ਆਪਣੇ ਮਨ ਨੂੰ ਜਿੱਤ ਲਿਆ ਹੈ। ਮਨ ਜੀਤੈ ਜਗ ਜੀਤ, ਇਹ ਅਵਸਥਾ ਪ੍ਰਾਪਤ ਹੋ ਗਈ ਹੈ। ਤ੍ਰਿਪਤ ਅਗਾਏ ਰਹੇ ਹਿਰਦਿ ਅੰਤਰ, ਡੋਲਣ ਤੇ ਅਬ ਚੂਕੇ। ਤ੍ਰਿਪਤ ਦਾ ਅਰਥ ਵੀ ਰੱਜ ਜਾਣਾ। ਜਿਸ ਤਰ੍ਹਾਂ ਪਹਿਲਾਂ ਆਪਾਂ ਜ਼ਿਕਰ ਕੀਤਾ, ਭੁੱਖ ਦਾ, ਜਿਹੜਾ ਬੰਦਾ ਤ੍ਰਿਸ਼ਨਾ ਦੇ ਅਧੀਨ ਹੈ ਉਹਨੂੰ ਰੱਜ ਨਹੀਂ ਹੁੰਦਾ, ਸਭ ਕੁਝ ਪ੍ਰਾਪਤ ਕਰਕੇ ਵੀ ਉਹ ਭੁੱਖਾ ਹੀ ਰਹਿੰਦਾ ਹੈ। ਇੱਥੇ ਤ੍ਰਿਪਤੀ ਦਾ ਅਰਥ ਵੀ ਹੈ ਰੱਜ ਜਾਣਾ, ਅਗਾ ਜਾਣਾ, ਚੰਗੀ ਤਰ੍ਹਾਂ ਪ੍ਰਸੰਨ ਹੋ ਜਾਣਾ। ਕਹਿੰਦੇ ਹੁਣ ਮੈਂ ਰੱਜ ਗਿਆ ਹਾਂ, ਹੁਣ ਮੇਰੇ ਮਨ ਦੀ ਭੁੱਖ ਦੂਰ ਹੋ ਗਈ ਹੈ, ਹੁਣ ਮੈਂ ਲੋੜ ਦੇ ਮੁਤਾਬਕ ਹੀ ਪਦਾਰਥਾਂ ਨੂੰ ਵਰਤਦਾ ਹਾਂ, ਲੋੜ ਦੇ ਮੁਤਾਬਕ। ਕਿਉਂਕਿ ਜਿਹੜਾ ਬੰਦਾ ਰੱਜ ਜਾਏ, ਤ੍ਰਿਪਤ ਹੋ ਜਾਏ, ਜਿੰਨੀ ਕੁ ਫਿਰ ਲੋੜ ਹੈ ਓਨੀ ਵਰਤੋਂ ਕਰੇਗਾ ਚੀਜ਼ਾਂ ਦੀ। ਚੀਜ਼ਾਂ ਨੂੰ ਕਾਲਾ ਬਾਜ਼ਾਰੀ ਨਹੀਂ ਕਰੇਗਾ, ਚੀਜ਼ਾਂ ਨੂੰ ਇਕੱਠਿਆਂ ਕਰਨ ਤੇ ਸਾਰਾ ਜ਼ੋਰ ਨਹੀਂ ਲਾਏਗਾ। ਜਿਹੜੇ ਬੰਦੇ ਮਨ ਦੇ ਭੁੱਖੇ ਨੇ, ਉਹ ਪਦਾਰਥਾਂ ਦੀਆਂ ਪੰਡਾਂ ਬੰਨੀ ਜਾ ਰਹੇ ਨੇ, ਇੰਨਾ ਕੁਝ ਜੋੜ ਲੈਂਦੇ ਨੇ ਕਿ ਉਹਦੀ ਗਿਣਤੀ ਕਰਨੀ ਵੀ ਔਖੀ ਹੋ ਜਾਂਦੀ ਹੈ, ਉਹਦਾ ਹਿਸਾਬ ਕਿਤਾਬ ਰੱਖਣਾ ਵੀ ਔਖਾ। ਪਰ ਫਿਰ ਵੀ ਉਹ ਕਹਿਣਗੇ ਅਜੇ ਵੀ ਥੋੜਾ ਹੈ, ਅਜੇ ਵੀ ਥੋੜਾ ਹੈ। ਇੱਥੇ ਹਜੂਰ ਕਹਿੰਦੇ ਨੇ ਹੁਣ ਮੈਂ ਰੱਜ ਗਿਆ, ਤ੍ਰਿਪਤ ਹੋ ਗਿਆ। ਤ੍ਰਿਪਤ ਅਗਾਏ ਰਹੇ ਹਿਰਦ ਅੰਤਰ, ਡੋਲਣ ਤੇ ਅਬ ਚੂਕੇ। ਜਿਹੜਾ ਮੈਂ ਡੋਲ ਰਿਹਾ ਸਾਂ, ਭਟਕ ਰਿਹਾ ਸਾਂ, ਮਨ ਦੇ ਅੰਦਰ ਤੌਖਲੇ ਸਨ, ਫਿਕਰ ਸਨ, ਸਾਰੇ ਹੀ ਮੁੱਕ ਗਏ ਨੇ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੂਕੇ।
ਗੁਰੂ ਨੇ ਮਿਹਰ ਕਰਕੇ ਨਾਮ ਦਾ ਐਸਾ ਖਜ਼ਾਨਾ ਪ੍ਰਗਟ ਕਰ ਦਿੱਤਾ ਅੰਦਰ, ਕੋਈ ਤੋੜ ਹੀ ਨਹੀਂ ਆ ਰਹੀ, ਤੇ ਨਾ ਹੀ ਉਹ ਨਾਮ ਧਨ ਦਾ ਖਜ਼ਾਨਾ ਕਦੇ ਮੁੱਕਣ ਵਾਲਾ ਹੈ। ਅਚਰਜ ਏਕ ਸੁਨੋ ਰੇ ਭਾਈ, ਗੁਰ ਐਸੀ ਬੂਝ ਬੁਝਾਈ। ਕਹਿੰਦੇ ਭਾਈ ਵੇਖੋ ਬੜੀ ਹੈਰਾਨੀ ਦੀ ਗੱਲ, ਗੁਰੂ ਨੇ ਐਸੀ ਕਿਰਪਾ ਕੀਤੀ, ਐਸੀ ਸਮਝ ਬਖਸ਼ਿਸ਼ ਕਰ ਦਿੱਤੀ। ਲਾਹਾ ਪਰਦਾ ਠਾਕੁਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਈ। ਗੁਰੂ ਨੇ ਐਸੀ ਸਮਝ ਦਿੱਤੀ, ਆਖਿਆ ਤੇਰੇ ਅੰਦਰ ਹਉਮੈ ਦਾ ਪਰਦਾ ਪਿਆ ਹੋਇਆ, ਉਹਨੂੰ ਪਾਸੇ ਕਰਕੇ ਵੇਖ, ਸਾਰੇ ਪਾਸੇ ਬ੍ਰਹਮ ਦੇ ਹੀ ਦਰਸ਼ਨ ਹੋਣਗੇ। ਮੇਰੇ ਅੰਦਰੋਂ ਕਹਿੰਦੇ ਪਰਾਈ ਤਾਤ ਵੀ ਹੁਣ ਮੁੱਕ ਗਈ ਹੈ। ਜਦੋਂ ਹਉਮੈ ਹੰਕਾਰ ਦਾ ਪਰਦਾ ਮੈਂ ਪਾਸੇ ਕੀਤਾ, ਗੁਰੂ ਦੀ ਮਿਹਰ ਦੁਆਰਾ ਕਹਿੰਦੇ ਸਾਰੇ ਪਾਸੇ ਉਸ ਠਾਕੁਰ ਦੇ ਦਰਸ਼ਨ ਹੋ ਗਏ, ਤੇ ਨਾਲ ਪਰਾਈ ਤਾਤ ਜਿਹੜੀ ਹੈ ਉਹ ਵੀ ਅੰਦਰੋਂ ਮੁੱਕ ਗਈ ਹੈ। ਕਹਿਓ ਨਾ ਜਾਈ ਇਹ ਅਚੰਭਾ, ਸੋ ਜਾਣੈ ਜਿਨ ਚਾਖਿਆ। ਮਹਾਰਾਜ ਕਹਿੰਦੇ ਇਹ ਜੋ ਕੁਝ ਵੀ ਹੈ ਨਾ, ਇਹਨੂੰ ਅੱਖਰਾਂ ਦੇ ਰਾਹੀਂ, ਸ਼ਬਦਾਂ ਰਾਹੀਂ ਬਿਆਨ ਕਰਕੇ ਦੱਸਿਆ ਨਹੀਂ ਜਾ ਸਕਦਾ। ਸ਼ਬਦ ਵਿੱਚ ਜਿਹੜੇ ਸਮਾ ਗਏ, ਗੁਰੂ ਦੇ ਦਰਸਾਏ ਮਾਰਗ ਤੇ ਚੱਲ ਪਏ, ਸ਼ਬਦ ਵਿੱਚ ਜੁੜ ਕੇ ਜਿਨ੍ਹਾਂ ਨੇ ਸਤ ਸੰਤੋਖ ਦਇਆ ਧਰਮ ਧੀਰਜ ਦੇ ਧਾਰਨੀ ਬਣ ਗਏ, ਇਹ ਉਹਨਾਂ ਦੀ ਬਾਤ ਹੈ। ਤੇ ਹਜ਼ੂਰ ਕਹਿੰਦੇ ਨੇ ਸਭ ਕੁਝ ਬਿਆਨ ਕਰਨਾ ਬੜਾ ਹੀ ਔਖਾ ਹੈ, ਦੱਸਣਾ ਬੜਾ ਔਖਾ ਹੈ। ਸੋ ਜਾਣੈ ਜਿਨ ਚਾਖਿਆ, ਇਹ ਰਸ ਤੇ ਉਹੀ ਜਾਣਦੇ ਨੇ ਜਿਨ੍ਹਾਂ ਨੇ ਚਖਿਆ ਹੈ, ਜਿਨ੍ਹਾਂ ਨੇ ਸਵਾਦ ਨੂੰ ਮਾਣਿਆ ਹੈ। ਕਹੋ ਨਾਨਕ ਸੱਚ ਭਏ ਬਿਗਾਸਾ, ਗੁਰ ਨਿਧਾਨ ਹਿਰਦੈ ਲੈ ਰਾਖਿਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਪੰਜਵੇਂ ਸਰੂਪ ਦੇ ਵਿੱਚ ਬੇਨਤੀ ਕਰਦੇ ਨੇ, ਹੇ ਭਾਈ ਕਹੋ ਨਾਨਕ ਸੱਚ ਭਏ ਬਿਗਾਸਾ। ਵਿਗਾਸ ਦਾ ਅਰਥ ਹੈ ਵਿਗਾਸ ਹੋ ਜਾਣਾ, ਪ੍ਰਕਾਸ਼ ਹੋ ਜਾਣਾ, ਖੇੜਾ ਆ ਜਾਣਾ ਜੀਵਨ ਵਿੱਚ। ਨਾਨਕ ਜੀ ਕਹਿੰਦੇ ਨੇ, ਹੇ ਨਾਨਕ ਆਖ ਕਿ ਉਹਨਾਂ ਦੇ ਜੀਵਨ ਵਿੱਚ ਸੱਚਮੁੱਚ ਚਾਨਣ ਹੋ ਗਿਆ, ਖੇੜਾ ਆ ਗਿਆ, ਆਨੰਦ ਆ ਗਿਆ ਉਹਨਾਂ ਦੇ ਜੀਵਨ ਵਿੱਚ। ਗੁਰ ਨਿਧਾਨ ਹਿਰਦੈ ਲੈ ਰਾਖਿਆ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਨੇ ਨਾਮ ਦਾ ਖਜ਼ਾਨਾ ਟਿਕਾ ਦਿੱਤਾ, ਪ੍ਰਗਟ ਕਰ ਦਿੱਤਾ। ਤੇ ਇਹ ਦਾਤਾਂ ਸਾਧ ਸੰਗਤ ਗੁਰੂ ਦੇ ਕੋਲੋਂ ਮਿਲਦੀਆਂ ਨੇ, ਜਿਨ੍ਹਾਂ ਨੇ ਸੇਵਾ ਕੀਤੀ, ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ। ਗੁਰੂ ਉਹਨਾਂ ਦੇ ਹਿਰਦੇ ਵਿੱਚ ਇਹ ਨਾਮ ਦਾ ਖਜ਼ਾਨਾ ਪ੍ਰਗਟ ਕਰ ਦਿੰਦਾ, ਟਿਕਾ ਦਿੰਦਾ। ਤੇ ਅੱਜ ਸਾਧ ਸੰਗਤ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਗੁਰਤਾ ਗੱਦੀ ਪੁਰਬ ਆਪਾਂ ਮਨਾ ਰਹੇ ਹਾਂ। ਜਦੋਂ ਹਜ਼ੂਰ ਦਾ ਜੀਵਨ ਆਪਾਂ ਪੜਾਂਗੇ ਤੇ ਸ਼ੁਰੂਆਤ ਵੇਖੋ ਕਿੱਥੋਂ ਹੋਈ, ਤੇ ਬਖਸ਼ਿਸ਼ਾਂ ਕਿੱਡੀਆਂ ਪ੍ਰਾਪਤ ਕੀਤੀਆਂ ਸੱਚੇ ਪਾਤਸ਼ਾਹ ਜੀ ਨੇ। ਜੇ ਮਹਾਰਾਜ ਦੇ ਬਚਪਨ ਦੀ ਗੱਲ ਕਰੀਏ ਤੇ ਬਚਪਨ ਨੂੰ ਜਦੋਂ ਪੜ੍ਹੀਏ ਤੇ ਬਹੁਤ ਹੈਰਾਨ ਹੋਈਦਾ ਏ ਕਿ ਬਚਪਨ ਦੇ ਅੰਦਰ ਬੜੀ ਗਰੀਬੀ ਦੇ ਵਿੱਚ ਮਹਾਰਾਜ ਨੇ ਆਪਣਾ ਬਚਪਨ ਬਤੀਤ ਕੀਤਾ। ਮਾਤਾ ਪਿਤਾ ਵੀ ਸਿਰ ਤੇ ਨਹੀਂ ਸਨ,